ਸਤਿ ਸ਼੍ਰੀ ਅਕਾਲ ਜੀ। ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਘਾ ਸਵਾਗਤ ਕਰਦੀ ਹਾਂ। ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ। ਇੰਗਲੈਂਡ ਭਰ ਦੇ ਵਿੱਚ ਸੋਕੇ ਦੇ ਹਾਲਾਤ, ਮਾਹਰਾਂ ਦੇ ਵੱਲੋਂ ਪਾਣੀ ਬਚਾਉਣ ਦੀਆਂ ਯੋਜਨਾਵਾਂ ਤੇ ਚਰਚਾ, ਸਰਕਾਰ ਨੇ ਦਿੱਤੀ ਚੇਤਾਵਨੀ। ਆਸਟ੍ਰੇਲੀਆ ਦੇ ਪੀਐਮ ਦਾ ਫਿਲਿਸਤੀਨ ਨੂੰ ਲੈ ਕੇ ਵੱਡਾ ਬਿਆਨ, ਇੱਕ ਦੇਸ਼ ਵਜੋਂ ਮਾਨਤਾ ਦੇਣ ਤੋਂ ਬਾਅਦ ਹੋਵੇਗੀ ਸ਼ਾਂਤੀ। ਫਰਾਂਸ, ਯੂਕੇ ਤੇ ਕੈਨੇਡਾ ਮਗਰੋਂ ਫਿਲਿਸਤੀਨ ਨੂੰ ਦੇਵੇਗਾ ਦੇਸ਼ ਵਜੋਂ ਮਾਨਤਾ। ਅਮਰੀਕਾ ਦੀ ਵੱਡੀ ਕਾਰਵਾਈ, BLA ਤੇ ਮਜ਼ੀਦ ਬ੍ਰਿਗੇਡ ਐਲਾਨੇ ਵਿਦੇਸ਼ੀ ਅਤਵਾਦੀ ਸੰਗਠਨ। ਅਮਰੀਕੀ ਵਿਦੇਸ਼ ਵਿਭਾਗ ਨੇ ਦਿੱਤੀ ਜਾਣਕਾਰੀ। ਲੈਂਡਿੰਗ ਦੌਰਾਨ 에ਅਰਪੋਰਟ ਤੇ ਆਪਸ ਵਿੱਚ ਟਕਰਾਏ ਦੋ ਜਹਾਜ਼, ਧਮਾਕੇ ਮਗਰੋਂ ਲੱਗੀ ਭਿਆਨਕ ਅੱਗ, ਹਵਾਈ ਅੱਡੇ ਤੇ ਮੱਚੀ ਹਰ ਤਰਫ ਹਫੜਾ ਤਫੜੀ। ਹੁਣ ਖਬਰਾਂ ਵਿਸਥਾਰ ਦੇ ਨਾਲ। ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਇੰਗਲੈਂਡ ਇੱਕ ਰਾਸ਼ਟਰੀ ਪੱਧਰੀ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ, ਜਦਕਿ ਮਾਹਰਾਂ ਅਨੁਸਾਰ ਇਹ ਹਾਲਾਤ ਪਤਝੜ ਤੱਕ ਜਾਰੀ ਰਹਿ ਸਕਦੇ ਨੇ। ਸੋ ਨੈਸ਼ਨਲ ਡਰਾਊਟ ਗਰੁੱਪ ਨੇ ਦੇਸ਼ ਭਰ ਦੇ ਵਿੱਚ ਪਾਣੀ ਬਚਾਉਣ ਦੇ ਲਈ ਕਦਮ ਚੁੱਕਣ ਸੰਬੰਧੀ ਚਰਚਾ ਕਰਨ ਦੇ ਲਈ ਮੀਟਿੰਗ ਕੀਤੀ ਹੈ ਅਤੇ ਵਾਤਾਵਰਣ ਸਕੱਤਰ ਸਟੀਵ ਰੀਡ ਨੇ ਚਾਂਸਲਰ ਆਫ ਦ ਡਚੀ ਆਫ ਲੈਂਕਾਸਟਰ ਪੈਟ ਮੈਕਫਾਡਰ ਨੂੰ ਮੌਸਮੀ ਹਾਲਾਤਾਂ ਕਾਰਨ ਪੈਦਾ ਹੋ ਰਹੇ ਖਤਰਿਆਂ ਬਾਰੇ ਜਾਣੂ ਕਰਵਾਇਆ। ਸਾਊਥਰਨ ਵਾਟਰ, ਜਿਸ ਦੇ ਕੁਝ ਗਾਹਕ ਪਹਿਲਾਂ ਹੀ ਹੋਸ ਪਾਈਪ ਪਾਬੰਦੀ ਦੇ ਅਧੀਨ ਨੇ, ਗੈਰ ਜ਼ਰੂਰੀ ਵਰਤੋਂ ਤੇ ਪਾਬੰਦੀ ਲਈ ਅਰਜ਼ੀ ਦਿੱਤੀ ਹੈ, ਜੋ ਕਾਰੋਬਾਰਾਂ ਨੂੰ ਸਵਿਮਿੰਗ ਪੂਲ ਭਰਨ ਜਾਂ ਫਿਰ ਆਪਣੀਆਂ ਖਿੜਕੀਆਂ ਸਾਫ਼ ਕਰਨ ਵਰਗੀਆਂ ਕਾਰਵਾਈਆਂ ਕਰਨ ਤੋਂ ਵਰਜਿਤ ਕਰੇਗੀ। ਸੋ ਕੰਪਨੀ ਨੇ ਇੱਕ ਦੁਰਲਭ ਚਾਕ ਧਾਰਾ ਤੋਂ ਪਾਣੀ ਲੈਣ ਦੇ ਲਈ ਐਮਰਜੈਂਸੀ ਆਦੇਸ਼ ਦੇ ਲਈ ਵੀ ਅਰਜ਼ੀ ਦਿੱਤੀ ਹੈ, ਜਦੋਂ ਇਹ ਆਪਣੇ ਵਾਤਾਵਰਣਿਕ ਤੌਰ ਤੇ ਸੁਰੱਖਿਅਤ ਪਾਣੀ ਦੇ ਵਹਾਅ ਤੋਂ ਹੇਠਾਂ ਡਿੱਗ ਜਾਂਦੀ ਹੈ। ਸੋ ਸੋਕਾ ਦੇਸ਼ ਭਰ ਦੇ ਕਈ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪਾਣੀ ਦੇ ਪੱਧਰ ਘੱਟ ਹੋਣ ਦੇ ਕਾਰਨ ਬਹੁਤ ਸਾਰੀਆਂ ਨਹਿਰਾਂ ਨੈਵੀਗੇਸ਼ਨ ਲਈ ਬੰਦ ਕਰ ਦਿੱਤੀ ਗਈਆਂ ਨੇ। ਕਿਸਾਨ ਫਸਲਾਂ ਉਗਾਉਣ ਅਤੇ ਪਸ਼ੂਆਂ ਨੂੰ ਖਵਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਅਤੇ ਇੰਗਲੈਂਡ ਦੀਆਂ ਨਦੀਆਂ ਦੀ ਵਰਤੋਂ ਕਰਨ ਵਾਲੇ ਹੋਰ ਲੋਕਾਂ ਦੁਆਰਾ ਮੱਛੀਆਂ ਦੇ ਮਰਨ ਦੀ ਜ਼ਿਆਦਾ ਗਿਣਤੀ ਦੀ ਰਿਪੋਰਟ ਕੀਤੀ ਜਾ ਰਹੀ ਹੈ। ਦੋ ਨਦੀਆਂ ਐਲੀ ਵਿਖੇ ਵਾਈ ਅਤੇ ਗ੍ਰੇਟ ਔਸ ਜੁਲਾਈ ਲਈ ਰਿਕਾਰਡ ਤੇ ਆਪਣੇ ਸਭ ਤੋਂ ਘੱਟ ਸਨ ਅਤੇ ਇੰਗਲੈਂਡ ਦੇ ਵਿੱਚ ਮਹੀਨੇ ਲਈ ਲੰਮੇ ਸਮੇਂ ਦੀ ਔਸਤ ਬਾਰਿਸ਼ ਦਾ ਸਿਰਫ 99% ਦਰਜ ਕੀਤਾ ਗਿਆ ਸੀ। ਇਹ ਔਸਤ ਤੋਂ ਘੱਟ ਬਾਰਿਸ਼ ਦਾ ਲਗਾਤਾਰ 6ਵਾਂ ਮਹੀਨਾ ਹੈ। ਸੋ ਯੂਕੇ ਸੈਂਟਰ ਫਾਰ ਇਕੋਲੋਜੀ ਐਂਡ ਹਾਈਡਰੋਲੋਜੀ ਨੇ ਚੇਤਾਵਨੀ ਦਿੱਤੀ ਹੈ ਕਿ ਸੋਕੇ ਦੀਆਂ ਸਥਿਤੀਆਂ ਅਕਤੂਬਰ ਤੱਕ ਵੀ ਜਾਰੀ ਰਹਿ ਸਕਦੀਆਂ ਨੇ, ਜਿਸ ਨਾਲ ਪਾਣੀ ਸਪਲਾਈ ਤੇ ਵਧੇਰੇ ਦਬਾਅ ਪਏਗਾ, ਕਿਉਂਕਿ ਨਦੀਆਂ, ਜਲ ਭੰਡਾਰ ਅਤੇ ਜਲ ਭੰਡਾਰ ਬਹੁਤ ਹੀ ਸੁੱਕੇ ਬਸੰਤ ਅਤੇ ਗਰਮੀਆਂ ਤੋਂ ਬਾਅਦ ਬਹੁਤ ਘੱਟ ਬਿੰਦੂਆਂ ਤੇ ਹੁੰਦੇ ਨੇ। ਕਿਉਂਕਿ ਨਦੀਆਂ, ਜਲ ਭੰਡਾਰ ਅਤੇ ਬਸੰਤ ਅਤੇ ਗਰਮੀਆਂ ਤੋਂ ਬਾਅਦ ਬਹੁਤ ਘੱਟ ਬਿੰਦੂਆਂ ਤੇ ਨੇ। ਸੋ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸੋਕੇ ਦੀਆਂ ਸਥਿਤੀਆਂ ਵਿੱਚ ਡੁੱਬਣ ਦਾ ਖਤਰਾ ਹੋ ਸਕਦਾ ਹੈ, ਕਿਉਂਕਿ ਜਲ ਭੰਡਾਰ ਘਟ ਜਾਂਦੇ ਨੇ। ਇਹ ਪਾਣੀ ਦੇ ਭੂਮੀਗਤ ਭੰਡਾਰ ਨੇ, ਜਿਨ੍ਹਾਂ ਨੂੰ ਰਿਚਾਰਜ ਹੋਣ ਦੇ ਲਈ ਲੰਮਾ ਸਮਾਂ ਅਤੇ ਬਹੁਤ ਸਾਰੀ ਨਿਰੰਤਰ ਬਾਰਿਸ਼ ਲੱਗਦੀ ਹੈ। ਸੋ ਇਹ 2024 ਦੇ ਵਿੱਚ ਬਹੁਤ ਜ਼ਿਆਦਾ ਬਰਸਾਤੀ ਸਰਦੀਆਂ ਅਤੇ 2025 ਦੀ ਸ਼ੁਰੂਆਤ ਤੋਂ ਬਾਅਦ ਭਰੇ ਹੋਏ ਸਨ, ਪਰ ਖੁਸ਼ਕ ਹਾਲਾਤਾਂ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਹੈ। ਇਸ ਸਮੇਂ ਇਹ ਮੁੱਖ ਤੌਰ ਤੇ ਜਲ ਭੰਡਾਰਾਂ ਅਤੇ ਚਾਕ ਧਾਰਾਵਾਂ ਤੇ ਨਿਰਭਰ ਖੇਤਰ ਨੇ, ਜੋ ਸੋਕੇ ਅਤੇ ਹੋਸ ਪਾਈਪ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਨੇ, ਕਿਉਂਕਿ ਲੰਡਨ ਵਰਗੇ ਖੇਤਰ ਚਾਕ ਜਲ ਭੰਡਾਰ ਤੋਂ ਸਰੋਤਾਂ ਦੀ ਵਰਤੋਂ ਕਰਨ ਦੇ ਯੋਗ ਹੋ ਗਏ ਨੇ। ਜਲ ਕੰਪਨੀਆਂ ਨੂੰ ਲੀਕ ਨੂੰ ਜਲਦੀ ਠੀਕ ਕਰਨਾ ਅਤੇ ਪਾਣੀ ਬਚਾਉਣ ਦੇ ਲਈ ਅਗਵਾਈ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਅਮਰੀਕਾ ਦੇ ਵਿੱਚ ਦੋ ਜਹਾਜ਼ ਟਕਰਾਉਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਅਮਰੀਕਾ ਦੇ ਮੋਂਟਾਨਾ ਦੇ ਕੈਲਿਸਪੈਲ ਸਿਟੀ ਹਵਾਈ ਅੱਡੇ ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਵਾਈ ਅੱਡੇ ਤੇ ਉਤਰਨ ਵਾਲਾ ਇੱਕ ਛੋਟਾ ਜਹਾਜ਼ ਉੱਥੇ ਖੜੇ ਇੱਕ ਜਹਾਜ਼ ਨਾਲ ਟਕਰਾ ਗਿਆ। ਇਸ ਟੱਕਰ ਤੋਂ ਬਾਅਦ ਭਾਂਬੜ ਮਚ ਗਿਆ। ਇਸ ਤੋਂ ਬਾਅਦ ਹਵਾਈ ਅੱਡੇ ਤੇ ਹਫੜਾ ਦਫੜੀ ਮਚ ਗਈ। ਹਾਲਾਂਕਿ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ। ਅਮਰੀਕਾ ਦੇ ਮੋਂਟਾਨਾ ਰਾਜ ਦੇ ਇੱਕ ਹਵਾਈ ਅੱਡੇ ਤੇ ਸੋਮਵਾਰ ਦੁਪਹਿਰ ਨੂੰ ਉਸ ਸਮੇਂ ਹਫੜਾ ਦਫੜੀ ਮਚ ਗਈ, ਜਦੋਂ ਇੱਕ ਛੋਟਾ ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੇ ਖੜੇ ਦੂਸਰੇ ਜਹਾਜ਼ ਨਾਲ ਟਕਰਾ ਗਿਆ। ਇਹ ਹਾਦਸਾ ਅਮਰੀਕਾ ਦੇ ਮੋਂਟਾਨਾ ਦੇ ਕੈਲਿਸਪੈਲ ਸਿਟੀ ਹਵਾਈ ਅੱਡੇ ਤੇ ਵਾਪਰਿਆ। ਹਵਾਈ ਅੱਡੇ ਤੇ ਉਤਰਨ ਵਾਲਾ ਇੱਕ ਛੋਟਾ ਜਹਾਜ਼ ਉੱਥੇ ਖੜੇ ਇੱਕ ਜਹਾਜ਼ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਇਸ ਘਟਨਾ ਦੇ ਨਾਲ ਹਵਾਈ ਅੱਡੇ ਤੇ ਹਫੜਾ ਦਫੜੀ ਮਚ ਗਈ। ਹਾਲਾਂਕਿ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ। ਹਾਲਾਂਕਿ ਇਸ ਹਾਦਸੇ ਦੌਰਾਨ ਪਾਇਲਟ ਅਤੇ ਸਾਰੇ ਯਾਤਰੀ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ। ਸੋ ਇਸ ਤਰ੍ਹਾਂ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਕੋਈ ਵੀ ਯਾਤਰੀ ਗੰਭੀਰ ਜ਼ਖਮੀ ਨਹੀਂ ਹੋਇਆ। ਸੋ FAA ਦੇ ਰਿਕਾਰਡਸ ਅਨੁਸਾਰ ਇਹ ਜਹਾਜ਼ 2011 ਵਿੱਚ ਬਣਾਇਆ ਗਿਆ ਸੀ ਅਤੇ ਇਹ ਮੀਟਰ ਸਕਾਈ LLC ਦੀ ਮਲਕੀਅਤ ਹੈ, ਜੋ ਪੁਲਮੈਨ ਵਾਸ਼ਿੰਗਟਨ ਦੇ ਵਿੱਚ ਸਥਿਤ ਇੱਕ ਕੰਪਨੀ ਹੈ। FAA ਅਤੇ ਹੋਰ ਜਾਂਚ ਏਜੰਸੀਆਂ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋ ਇਹ ਘਟਨਾ
ਕੈਲਿਸਪੈਲ ਸਿਟੀ ਹਵਾਈ ਅੱਡੇ ਤੇ ਦੁਪਹਿਰ 2 ਵਜੇ ਦੇ ਕਰੀਬ ਵਾਪਰੀ। ਜਾਣਕਾਰੀ ਅਨੁਸਾਰ ਸੋਕਾਟਾ TBM 700 ਟਰਬੋ ਪ੍ਰੋਪ ਨਾਮ ਦਾ ਇੱਕ ਸਿੰਗਲ ਇੰਜਨ ਵਾਲਾ ਨਿੱਜੀ ਜਹਾਜ਼ ਰਨਵੇ ਤੇ ਉਤਰ ਰਿਹਾ ਸੀ। ਜਦੋਂ ਇਹ ਹਵਾਈ ਅੱਡੇ ਤੇ ਖੜੇ ਇੱਕ ਖਾਲੀ ਜਹਾਜ਼ ਨਾਲ ਟਕਰਾ ਗਿਆ, ਸੋ ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵਾਂ ਜਹਾਜ਼ਾਂ ਵਿੱਚੋਂ ਇੱਕ ਨੂੰ ਅੱਗ ਲੱਗ ਗਈ ਅਤੇ ਕੁਝ ਸਕਿੰਟਾਂ ਦੇ ਵਿੱਚ ਹੀ ਅਸਮਾਨ ਦੇ ਵਿੱਚ ਧੂਏ ਦਾ ਬੱਦਲ ਫੈਲ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਜਹਾਜ਼ ਆਇਆ ਜੋ ਰਨਵੇ ਦੇ ਸਿਰੇ ਤੋਂ ਹੇਠਾਂ ਡਿੱਗ ਗਿਆ ਅਤੇ ਦੂਸਰੇ ਜਹਾਜ਼ ਨਾਲ ਅਚਾਨਕ ਟਕਰਾ ਗਿਆ। ਲੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਜਹਾਜ਼ ਨੂੰ ਅੱਗ ਲੱਗ ਗਈ, ਪਰ ਪਾਇਲਟ ਅਤੇ 3 ਯਾਤਰੀਆਂ ਨੂੰ ਬਚਾ ਲਿੱਤਾ ਗਿਆ। ਸੋ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 2 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਅਤੇ ਉਹਨਾਂ ਦਾ ਹਵਾਈ ਅੱਡੇ ਤੇ ਇਲਾਜ ਕੀਤਾ ਗਿਆ। ਸੋ ਦੱਸਣਾ ਚਾਹਾਂਗੇ ਕਿ ਪਿਛਲੇ ਹਫ਼ਤੇ ਅਮਰੀਕਾ ਦੇ ਵਿੱਚ ਵੀ ਇੱਕ ਹੋਰ ਹਵਾਈ ਜਹਾਜ਼ ਹਾਦਸਾ ਹੋਇਆ ਸੀ। ਉੱਤਰੀ ਐਰੀਜ਼ੋਨਾ ਵਿੱਚ ਇੱਕ ਮੈਡੀਕਲ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗੀ, ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਸੋ ਦੂਸਰੇ ਪਾਸੇ ਨਿਊ ਮੈਕਸੀਕੋ ਦੇ ਅਲਬੂਕਰਕ ਵਿੱਚ ਸਥਿਤ CSI ਐਵੀਏਸ਼ਨ ਕੰਪਨੀ ਦਾ ਇੱਕ ਜਹਾਜ਼ ਫਲੈਗ ਸਟਾਫ ਤੋਂ ਲਗਭਗ 200 ਮੀਲ ਉੱਤਰ ਪੂਰਬ ਦੇ ਵਿੱਚ ਚਿਨਲੇ ਹਵਾਈ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦੇ ਵਿੱਚ ਸਵਾਰ ਲੋਕ ਮੈਡੀਕਲ ਕਰਮਚਾਰੀ ਸਨ ਜੋ ਇੱਕ ਮਰੀਜ਼ ਨੂੰ ਲੈਣ ਲਈ ਹਸਪਤਾਲ ਜਾ ਰਹੇ ਸਨ। ਅਮਰੀਕਾ ਨੇ ਪਾਕਿਸਤਾਨ ਸਥਿਤ ਬਲੋਚਿਸਤਾਨ ਲਿਬਰੇਸ਼ਨ ਆਰਮੀ ਅਤੇ ਮਜ਼ੀਦ ਬ੍ਰਿਗੇਡ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਸੋ ਅਮਰੀਕੀ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ ਅਮਰੀਕਾ ਨੇ 2019 ਦੇ ਵਿੱਚ ਕਈ ਅੱਤਵਾਦੀ ਹਮਲਿਆਂ ਤੋਂ ਬਾਅਦ BLA ਨੂੰ SDGT ਯਾਨੀ ਕਿ ਵਿਸ਼ੇਸ਼ ਤੌਰ ਤੇ ਮਨੋਨੀਤ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਬਿਆਨ ਵਿੱਚ ਕਿਹਾ ਹੈ ਕਿ 2019 ਤੋਂ BLA ਅਤੇ ਮਜ਼ੀਦ ਬ੍ਰਿਗੇਡ ਨੇ ਕਈ ਹੋਰ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਵਿਭਾਗ BLA ਅਤੇ ਇਸ ਦੇ ਉਪਨਾਮ ਮਜ਼ੀਦ ਬ੍ਰਿਗੇਡ ਨੂੰ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰ ਰਿਹਾ ਹੈ ਅਤੇ BLA ਦੇ ਪਿਛਲੇ SDGT ਅਹੁਦੇ ਦੇ ਵਿੱਚ ਮਜ਼ੀਦ ਬ੍ਰਿਗੇਡ ਨੂੰ ਇੱਕ ਉਪਨਾਮ ਦੇ ਵਜੋਂ ਸ਼ਾਮਲ ਕਰ ਰਿਹਾ ਹੈ। ਸੋ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਕਾਰਵਾਈ ਅੱਤਵਾਦ ਨਾਲ ਲੜਨ ਦੇ ਲਈ ਟਰੰਪ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਅੱਤਵਾਦੀਆਂ ਨੂੰ ਨਾਮਜ਼ਦ ਕਰਨਾ ਇਸ ਵਿਪਤਾ ਵਿਰੁੱਧ ਸਾਡੀ ਲੜਾਈ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਅੱਤਵਾਦੀ ਗਤੀਵਿਧੀਆਂ ਲਈ ਸਮਰਥਨ ਘਟਾਉਣ ਦਾ ਵੀ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਸੋ ਵਿਭਾਗ ਨੇ ਅੱਗੇ ਕਿਹਾ ਹੈ ਕਿ 2024 ਦੇ ਵਿੱਚ BLA ਨੇ ਕਰਾਚੀ ਹਵਾਈ ਅੱਡੇ ਅਤੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ਦੇ ਨੇੜੇ ਆਤਮਘਾਤੀ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਸਮੂਹ ਨੇ ਕਿਹਾ ਹੈ ਕਿ ਮਾਰਚ 2025 ਦੇ ਵਿੱਚ ਕਵੇਟਾ ਤੋਂ ਪੇਸ਼ਾਵਰ ਜਾਣ ਵਾਲੀ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਅਗਵਾ ਕਰਨ ਦੇ ਪਿੱਛੇ ਇਸ ਦਾ ਹੱਥ ਸੀ, ਜਿਸ ਦੇ ਵਿੱਚ 31 ਨਾਗਰਿਕ ਅਤੇ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ ਅਤੇ 300 ਤੋਂ ਵੱਧ ਯਾਤਰੀਆਂ ਨੂੰ ਬੰਧਕ ਬਣਾ ਲਿਆ ਗਿਆ ਸੀ। ਸੋ ਅਧਿਕਾਰਿਤ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅੱਜ ਦੀ ਕਾਰਵਾਈ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਦੀ ਧਾਰਾ 219 ਅਤੇ ਕਾਸ਼ਤਕਾਰੀ ਆਦੇਸ਼ 13224 ਦੇ ਅਨੁਸਾਰ ਕੀਤੀ ਗਈ ਹੈ। BLA ਦਹਾਕਿਆਂ ਤੋਂ ਪਾਕਿਸਤਾਨ ਸਰਕਾਰ ਵਿਰੁੱਧ ਬਗਾਵਤ ਵਿੱਚ ਸ਼ਾਮਲ ਹੈ ਅਤੇ ਕੁਦਰਤੀ ਸਰੋਤਾਂ ਨਾਲ ਭਰਪੂਰ ਬਲੋਚਿਸਤਾਨ ਸੂਬੇ ਦੀ ਆਜ਼ਾਦੀ ਦੀ ਮੰਗ ਕਰ ਰਿਹਾ ਹੈ। ਸੋ ਪਾਕਿਸਤਾਨ ਨੇ BLA ਨੂੰ ਇੱਕ ਅੱਤਵਾਦੀ ਸੰਗਠਨ ਵੀ ਘੋਸ਼ਿਤ ਕੀਤਾ ਹੈ। BLA ਨੇ ਪਾਕਿਸਤਾਨ ਸਰਕਾਰ ਤੇ ਬਲੋਚਿਸਤਾਨ ਦੇ ਤੇਲ ਅਤੇ ਖਣਿਜ ਸੰਪत्ति ਨਾਲ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫ਼ਤੇ ਭਾਰਤ ਅਤੇ ਬ੍ਰਾਜ਼ੀਲ ਸਮੇਤ ਕਈ ਦੇਸ਼ਾਂ ਤੇ 50% ਟੈਰਿਫ ਲਗਾਉਣ ਦਾ ਆਦੇਸ਼ ਦਿੱਤਾ ਸੀ। ਟਰੰਪ ਦੇ ਆਦੇਸ਼ ਤੋਂ ਬਾਅਦ ਸੋਨੇ ਦੀ ਦਰਾਮਦ ਤੇ ਸਸਪੈਂਸ ਸੀ। ਇਸ ਦੇ ਨਾਲ ਹੀ ਟਰੰਪ ਨੇ ਸਪਸ਼ਟ ਕਰ ਦਿੱਤਾ ਹੈ ਕਿ ਸੋਨੇ ਨੂੰ ਟੈਰਿਫ ਯੁੱਧ ਤੋਂ ਬਾਹਰ ਰੱਖਿਆ ਜਾਏਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ। ਦ ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਮੁਤਾਬਿਕ ਟਰੰਪ ਨੇ ਕਿਹਾ ਹੈ ਕਿ ਸੋਨੇ ਤੇ ਕਿਸੇ ਵੀ ਤਰ੍ਹਾਂ ਦਾ ਟੈਰਿਫ ਨਹੀਂ ਲੱਗੇਗਾ। ਇਸ ਤੋਂ ਪਹਿਲਾਂ ਕਸਟਮ ਅਤੇ ਸੀਮਾ ਸੁਰੱਖਿਆ ਵਿਭਾਗ ਨੇ ਕਿਹਾ ਸੀ ਕਿ ਸੋਨੇ ਤੇ ਭਾਰੀ ਟੈਕਸ ਲੱਗੇਗਾ, ਪਰ ਟਰੰਪ ਨੇ ਇਸ ਫੈਸਲੇ ਨੂੰ ਵਾਪਸ ਲੈ ਲਿਆ। ਟਰੰਪ ਨੇ ਇਹ ਐਲਾਨ ਉਸ ਸਮੇਂ ਕੀਤਾ ਜਦੋਂ ਭਾਰਤ ਅਤੇ ਰੂਸ ਨਾਲ ਉਸਦੀ ਤਣਾਅ ਚੱਲ ਰਹੇ ਨੇ। ਟਰੰਪ ਨੇ ਭਾਰਤ ਤੇ 50% ਟੈਰਿਫ ਹੀ ਲਗਾਇਆ ਹੈ। ਸੋ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਤੇ ਪੋਸਟ ਸ਼ੇਅਰ ਕੀਤੀ ਹੈ। ਸੋ ਸੋਨੇ ਨੂੰ ਲੈ ਕੇ ਮਾਰਕੀਟ ਦੇ ਵਿੱਚ ਅਫਵਾਹ ਫੈਲੀ ਸੀ ਕਿ ਇਸ ਤੇ ਭਾਰੀ ਟੈਰਿਫ ਲੱਗੇਗਾ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋ ਗਿਆ ਸੀ। ਪਰ ਹੁਣ ਟਰੰਪ ਨੇ ਰਾਹਤ ਵਾਲੀ ਖਬਰ ਦਿੱਤੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਅਮਰੀਕੀ ਕਸਟਮ ਅਧਿਕਾਰੀਆਂ ਨੇ ਵੀ ਇੱਕ ਚਿੱਠੀ ਜਾਰੀ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ 2 ਮਿਆਰੀ ਵਜ਼ਨ ਯਾਨੀ ਕਿ 1 ਕਿਲੋਗ੍ਰਾਮ ਅਤੇ 100 ਔਂਸ ਵਾਲੀ ਸੋਨੇ ਦੀ ਬਾਰ ਨੂੰ ਟੈਰਿਫ ਦੇ ਦਾਇਰੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਇਸ ਚਿੱਠੀ ਦੇ ਬਾਅਦ ਸੋਨਾ ਵਪਾਰੀਆਂ ਤੇ ਨਿਵੇਸ਼ਕਾਂ ਵਿੱਚ ਚਿੰਤਾ ਵੱਧ ਗਈ ਸੀ ਕਿ ਇਸ ਦਾ ਅੰਤਰਰਾਸ਼ਟਰੀ ਸੋਨਾ ਬਾਜ਼ਾਰ ਤੇ ਅਸਰ ਪੈ ਸਕਦਾ ਹੈ।
ਹਾਲਾਂਕਿ ਟਰੰਪ ਨੇ ਖੁਦ ਪੋਸਟ ਸਾਂਝੀ ਕਰਕੇ ਸਾਰੀਆਂ ਹੀ ਅਫਵਾਹਾਂ ਨੂੰ ਖਤਮ ਕਰ ਦਿੱਤਾ ਹੈ। ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਸੋਨੇ ਤੇ ਕੋਈ ਟੈਰਿਫ ਨਹੀਂ ਹੋਵੇਗਾ। ਟਰੰਪ ਨੇ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਸੋ ਟਰੰਪ ਦੀ ਇਸ ਪੋਸਟ ਤੋਂ ਬਾਅਦ ਹੁਣ ਸੋਨੇ ਦੀ ਕੀਮਤ ਘਟ ਸਕਦੀ ਹੈ। ਟਰੰਪ ਦੇ ਇਸ ਸਪਸ਼ਟ ਬਿਆਨ ਦੇ ਨਾਲ ਹੁਣ ਸਥਿਤੀ ਸਾਫ਼ ਹੋ ਗਈ ਹੈ ਅਤੇ ਸੋਨੇ ਦੇ ਵਪਾਰ ਨਾਲ ਜੁੜੇ ਕਾਰੋਬਾਰੀਆਂ ਨੂੰ ਰਾਹਤ ਮਿਲੀ ਹੈ। ਸੋ ਮਹਾਰਾ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸੋਨੇ ਦੀਆਂ ਕੀਮਤਾਂ ਅਤੇ ਇਸ ਦੇ ਵਿਸ਼ਵ ਵਪਾਰ ਵਿੱਚ ਸਥਿਰਤਾ ਬਣੀ ਰਹੇਗੀ। ਦਰਅਸਲ ਟਰੰਪ ਨੇ ਭਾਰਤ ਨਾਲ ਨਾਰਾਜ਼ਗੀ ਦੇ ਕਾਰਨ ਉਸ ਤੇ 50% ਟੈਰਿਫ ਲਗਾ ਦਿੱਤਾ ਹੈ। ਸੋ ਟਰੰਪ ਭਾਰਤ ਦੇ ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਨਾਰਾਜ਼ ਚੱਲ ਰਿਹਾ ਹੈ। ਉਹ ਦੱਸਦੇ ਨੇ ਕਿ ਰੂਸ ਯੁੱਧ ਨੂੰ ਵਧਾਵਾ ਦੇ ਰਿਹਾ ਹੈ। ਟਰੰਪ ਭਾਰਤ ਨਾਲ ਹੋਣ ਵਾਲੀ ਟ੍ਰੇਡ ਡੀਲ ਨੂੰ ਲੈ ਕੇ ਵੀ ਨਾਰਾਜ਼ ਨੇ। ਇਸੇ ਕਾਰਨ ਪਹਿਲਾਂ ਭਾਰਤ ਤੇ 25% ਟੈਰਿਫ ਲਗਾਇਆ ਗਿਆ ਸੀ, ਹੁਣ ਉਸ ਨੂੰ ਵਧਾ ਕੇ 50% ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਦਾ ਹਵਾਲਾ ਦਿੰਦੇ ਹੋਏ ਭਾਰਤ ਸਮੇਤ ਕਈ ਦੇਸ਼ਾਂ ਤੇ 50% ਟੈਰਿਫ ਲਗਾਇਆ ਹੈ। ਭਾਰਤ, ਰੂਸ ਅਤੇ ਬ੍ਰਾਜ਼ੀਲ ਵਰਗੇ ਕਈ ਦੇਸ਼ਾਂ ਦੇ ਨਾਲ ਤਣਾਅ ਦੇ ਵਿਚਕਾਰ ਟਰੰਪ ਨੇ ਰਾਹਤ ਦੀ ਖਬਰ ਦਿੱਤੀ ਹੈ। ਯੂਰਪੀਅਨ ਯੂਨੀਅਨ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਇਜ਼ਰਾਈਲ ਵਿਰੁੱਧ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਸੋ ਫਰਾਂਸ, ਯੂਕੇ, ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀ ਫਲਸਤੀਨ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਦੇ ਅਨੁਸਾਰ ਆਸਟ੍ਰੇਲੀਆ ਸਤੰਬਰ ਦੇ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਦੇ ਵਿੱਚ ਫਲਸਤੀਨ ਨੂੰ ਇੱਕ ਸੁਤੰਤਰ ਰਾਜ ਵਜੋਂ ਮਾਨਤਾ ਦੇਣ ਜਾ ਰਿਹਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਉਹਨਾਂ ਦਾ ਦੇਸ਼ ਫਲਸਤੀਨ ਨੂੰ ਇੱਕ ਰਾਸ਼ਟਰ ਵਜੋਂ ਮਾਨਤਾ ਦੇਵੇਗਾ। ਇਸ ਦੇ ਨਾਲ ਉਹ ਫਰਾਂਸ, ਬ੍ਰਿਟੇਨ ਅਤੇ ਕੈਨੇਡਾ ਦੇ ਨੇਤਾਵਾਂ ਦੀ ਕਤਾਰ ਦੇ ਵਿੱਚ ਸ਼ਾਮਲ ਹੋ ਗਏ ਨੇ, ਜਿਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਵੀ ਅਜਿਹਾ ਹੀ ਕਰਨਗੇ। ਉਹਨਾਂ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈ ਹੈ ਜਦੋਂ ਉਹਨਾਂ ਦੇ ਮੰਤਰੀ ਮੰਡਲ ਅਤੇ ਆਸਟ੍ਰੇਲੀਆ ਦੇ ਕਈ ਹਿੱਸਿਆਂ ਤੋਂ ਫਲਸਤੀਨ ਨੂੰ ਮਾਨਤਾ ਦੇਣ ਦੇ ਸੱਦੇ ਆ ਰਹੇ ਸਨ ਅਤੇ ਗਾਜ਼ਾ ਵਿੱਚ ਲੋਕਾਂ ਦੇ ਦੁੱਖ ਅਤੇ ਭੁੱਖਮਰੀ ਨੂੰ ਲੈ ਕੇ ਆਲੋਚਨਾ ਵੀ ਵਧ ਰਹੀ ਸੀ। Today I can confirm that at the 80th session of the United Nations General Assembly in September, Australia will recognise the state of Palestine. Australia will recognise the right of the Palestinian people to a state of their own, predicated on the commitments Australia has received from the Palestinian Authority. We will work with the international community to make this right a reality. Australia is making this statement today following our Cabinet meeting as part of a coordinated global effort building momentum for a two-state solution. Over the past fortnight, I have discussed this with Prime Minister Starmer, President Macron, Prime Minister Luxon and Prime Minister Ishiba, as well as Prime Minister Netanyahu last Thursday and President Abbas last Tuesday. A two-state solution is humanity's best hope to break the cycle of violence in the Middle East and to bring an end to the conflict, suffering and starvation in Gaza. The international community's vision for a just and lasting peace in the Middle East always encompassed two states, living side by side with internationally recognised borders, a state of Israel and a state of Palestine, with security for the people of both nations. ਦੱਸ ਦਈਏ ਕਿ ਆਸਟ੍ਰੇਲੀਆਈ ਸਰਕਾਰ ਨੇ ਹਾਲ ਹੀ ਦੇ ਦਿਨਾਂ ਦੇ ਵਿੱਚ ਇਜ਼ਰਾਈਲੀ ਨੇਤਾ ਬੈਂਜਾਮਿਨ ਨੇਤਨਯਾਹੂ ਦੀਆਂ ਗਾਜ਼ਾ ਵਿੱਚ ਇੱਕ ਨਵੀਂ ਅਤੇ ਵਿਆਪਕ ਫੌਜੀ ਕਾਰਵਾਈ ਦਾ ਐਲਾਨ ਕਰਨ ਦੀਆਂ ਯੋਜਨਾਵਾਂ ਦੀ ਵੀ ਆਲੋਚਨਾ ਕੀਤੀ ਹੈ। ਅਲਬਾਨੀਜ਼ ਨੇ ਸੋਮਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਆਸਟ੍ਰੇਲੀਆ ਦੇ ਫਲਸਤੀਨ ਨੂੰ ਮਾਨਤਾ ਦੇਣ ਦੇ ਫੈਸਲੇ ਦਾ ਰਸਮੀ ਤੌਰ ਤੇ ਸਤੰਬਰ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਐਲਾਨ ਕੀਤਾ ਜਾਏਗਾ। ਉਹਨਾਂ ਕਿਹਾ ਕਿ ਇਹ ਮਾਨਤਾ ਫਲਸਤੀਨੀ ਅਥਾਰਟੀ ਦੇ ਭਰੋਸੇ ਤੇ ਆਧਾਰਿਤ ਹੈ। ਇਨ੍ਹਾਂ ਭਰੋਸਿਆਂ ਵਿੱਚ ਫਲਸਤੀਨ ਸਰਕਾਰ ਵਿੱਚ ਹਮਾਸ ਦੀ ਕੋਈ ਭੂਮਿਕਾ ਨਾ ਹੋਣਾ, ਗਾਜ਼ਾ ਦਾ ਨਿਸ਼ਸਤਰੀਕਰਨ ਅਤੇ ਚੋਣਾਂ ਕਰਵਾਉਣਾ ਸ਼ਾਮਿਲ ਹੈ। ਅਲਬਾਨੀਜ਼ ਨੇ ਕਿਹਾ ਕਿ ਦੋ ਰਾਸ਼ਟਰੀ ਹੱਲ ਪੱਛਮੀ ਏਸ਼ੀਆ ਵਿੱਚ ਹਿੰਸਾ ਦੇ ਚੱਕਰ ਨੂੰ ਤੋੜਨ ਅਤੇ ਗਾਜ਼ਾ ਦੇ ਵਿੱਚ ਸੰਘਰਸ਼, ਦੁੱਖ ਅਤੇ ਭੁੱਖਮਰੀ ਨੂੰ ਖਤਮ ਕਰਨ ਦੇ ਲਈ ਮਨੁੱਖਤਾ ਦੀ ਸਭ ਤੋਂ ਵਧੀਆ ਉਮੀਦ ਹੈ। ਸੋ ਆਸਟ੍ਰੇਲੀਆ ਨੇ ਹਮਾਸ ਨੂੰ ਇੱਕ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ ਅਤੇ ਅਲਬਾਨੀਜ਼ ਨੇ ਸੋਮਵਾਰ ਨੂੰ
ਆਪਣੀ ਸਰਕਾਰ ਦੀ ਮੰਗ ਨੂੰ ਦੁਹਰਾਇਆ ਹੈ ਕਿ ਸਮੂਹ 7 ਅਕਤੂਬਰ 2023 ਤੋਂ ਰੱਖੇ ਗਏ ਇਜ਼ਰਾਈਲੀ ਬੰਦਕਾਂ ਨੂੰ ਰਿਹਾ ਕਰੇ। ਸੋ ਪਿਛਲੇ ਹੀ ਹਫ਼ਤੇ ਆਸਟ੍ਰੇਲੀਆਈ ਨੇਤਾ ਨੇ ਫਿਲਿਸਤੀਨ ਦੇ ਰਾਸ਼ਟਰਪਤੀ ਮਹਿਮੂਦ ਅब्बास ਨਾਲ ਗੱਲ ਕੀਤੀ, ਜਿਸ ਦਾ ਪ੍ਰਸ਼ਾਸਨ ਵੈਸਟ ਬੈਂਕ ਦੇ ਕੁਝ ਹਿੱਸਿਆਂ ਤੇ ਰਾਜ ਕਰਦਾ ਹੈ, ਦੋ ਰਾਜ ਹੱਲ ਦਾ ਸਮਰਥਨ ਕਰਦਾ ਹੈ ਅਤੇ ਸੁਰੱਖਿਆ ਮਾਮਲਿਆਂ ਤੇ ਇਜ਼ਰਾਈਲ ਨਾਲ ਸਹਿਯੋਗ ਕਰਦਾ ਹੈ। ਸੋ ਅਮਰੀਕਾ ਅਤੇ ਹੋਰ ਪੱਛਮੀ ਸ਼ਕਤੀਆਂ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ। ਸੋ ਉਹਨਾਂ ਦਾ ਕਹਿਣਾ ਹੈ ਕਿ ਫਿਲਿਸਤੀਨ ਰਾਜ ਦਹਾਕਿਆਂ ਪੁਰਾਣੇ ਮੱਧ ਪੂਰਬ ਸੰਘਰਸ਼ ਨੂੰ ਹੱਲ ਕਰਨ ਲਈ ਇੱਕ ਅੰਤਿਮ ਸਮਝੌਤੇ ਦਾ ਹਿੱਸਾ ਹੋਣਾ ਚਾਹੀਦਾ ਹੈ। ਅਲਬਾਨੀਜ਼ ਦੇ ਐਲਾਨ ਤੋਂ ਪਹਿਲਾਂ ਨੇਤਨਯਾਹੂ ਨੇ ਐਤਵਾਰ ਨੂੰ ਆਸਟ੍ਰੇਲੀਆ ਤੇ ਹੋਰ ਯੂਰਪੀ ਦੇਸ਼ਾਂ ਦੀ ਆਲੋਚਨਾ ਕੀਤੀ, ਜਿਨ੍ਹਾਂ ਨੇ ਫਿਲਿਸਤੀਨ ਨੂੰ ਮਾਨਤਾ ਦੇਣ ਦਾ ਫੈਸਲਾ ਕੀਤਾ ਹੈ। 79ਵੀਂ ਆਜ਼ਾਦੀ ਦਿਵਸ ਤੋਂ ਪਹਿਲਾਂ ਦੇਸ਼ ਭਰ ਦੇ ਵਿੱਚ ਪੂਰੇ ਉਤਸ਼ਾਹ ਤੇ ਜੋਸ਼ ਦੇ ਨਾਲ ਤਿਰੰਗਾ ਯਾਤਰਾਵਾਂ ਕੱਢੀ ਜਾ ਰਹੀਆਂ ਨੇ, ਜਿਸ ਦੇ ਵਿੱਚ ਆਮ ਲੋਕਾਂ ਦੇ ਨਾਲ-ਨਾਲ ਕਈ VIP ਵੀ ਹਿੱਸਾ ਲੈ ਰਹੇ ਨੇ। ਦੱਸ ਦੇਣਾ ਚਾਹਾਂਗੇ ਕਿ ਇਹ ਤਿਰੰਗਾ ਯਾਤਰਾਵਾਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਹਿੱਸਾ ਨੇ। ਇਸ ਤਹਿਤ ਹੀ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਵਿੱਚ ਵੀ ਤਿਰੰਗਾ ਯਾਤਰਾ ਕੱਢੀ ਗਈ, ਜਿਸ ਦੇ ਵਿੱਚ ਉਪ ਰਾਜਪਾਲ ਮਨੋਜ ਸਿਨਹਾ ਦੇ ਨਾਲ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਸੜਕਾਂ ਤੇ ਉਤਰੇ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਨਾਗਰਿਕਾਂ ਨੂੰ ਰਾਸ਼ਟਰੀ ਝੰਡੇ ਨੂੰ ਹੋਰ ਉਚਾਈਆਂ ਤੇ ਲਿਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸ ਦੇ ਸ਼ਾਨ ਬਣਾਈ ਰੱਖਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਤਿਰੰਗਾ ਰੈਲੀ ਨੂੰ ਸੰਬੋਧਨ ਕਰਦਿਆਂ ਅਬਦੁੱਲਾ ਨੇ ਕਿਹਾ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਸਾਨੂੰ ਕਿਸੇ ਵੀ ਕੰਮ ਦੇ ਲਈ ਵੱਡੀ ਗਿਣਤੀ ਵਿੱਚ ਲੋਕਾਂ ਦੀ ਲੋੜ ਹੋਏ। ਅਸੀਂ ਸਾਰੇ ਰਾਸ਼ਟਰੀ ਝੰਡੇ ਦੇ ਸਨਮਾਨ ਅਤੇ ਮਾਣ ਨੂੰ ਬਣਾਈ ਰੱਖਣ ਵਿੱਚ ਯੋਗਦਾਨ ਪਾ ਸਕਦੇ ਹਾਂ। कहने का मतलब मेरा ये है कि अकेले हम कुछ भी कर सकते हैं अगर इरादा हमारा सही हो। जिन लोगों ने इस झंडे के लिए, इस तिरंगे के लिए अपनी जान की कुर्बानी दी, जिन लोगों ने इस तिरंगे की रखवाली के लिए अपने कल की परवाह नहीं की, अपने आज को कुर्बान किया या अपने आज को कुर्बान करने के इरादे के साथ वो किसी ना किसी बेल्ट फोर्स के साथ जुड़ गए, उन्होंने कभी ये नहीं सोचा कि मैं अकेले क्या कर सकता हूं। उन्होंने ये सोचा कि अकेले ही मैं काफी हूं इस तिरंगे, इस झंडे की रखवाली के लिए। और शायद अगर हम आज इतना ही ऐद करें, तय करें कि इस मुल्क के खातिर, इस मुल्क के झंडे के खातिर, इस मुल्क के भलाई के खातिर जरूरी नहीं है कि हम सब मिलके कुछ करें। अकेले में भी हम में वो ताकत है कि हम इस झंडे की आन, इस झंडे की शान, उसको बरकरार रखें, उसको मौजूद रखें, उसमें और इजाफा करें। तो इस उम्मीद के साथ कि ये हर घर तिरंगा, ये इस झंडे के साथ जो हमारा लगाव है, ये सिर्फ इन फंक्शनों तक ही मौजूद ना रहे। ये झंडा, ये हमारी पहचान है, इसकी हम गरिमा रखें, इज्जत रखें और इसको बुलंदियों तक पहुंचाने के लिए जिन लोगों ने कुर्बानियां दी, उन कुर्बानियों को याद रखते हुए उनके कदमों में हम चलें। शायद यही इस प्रोग्राम का मकसद है और यही हमें आज ऐड करना चाहिए। मैं इस मौके पर आप सब जो यहाँ आए और जो तिरंगा यात्रा में आपने शमूलियत की, उसके लिए शुक्रिया करते हुए आपसे इजाजत चाहता हूँ। दरअसल जम्मू कश्मीर के उप राज्यपाल मनोज सिन्हा ते मुख मंत्री उमर अब्दुल्ला ने श्रीनगर विच डल झील के आले दुआले तिरंगा यात्रा कढ़ी। मुख मंत्री ਅਤੇ उप राज्यपाल ਦੇ ਨਾਲ जम्मू कश्मीर ਦੇ सैकड़े ही निवासियों ने इस यात्रा विच हिस्सा लिया। इस तो पहला पुणे जिले विच जिला प्रशासन ਅਤੇ पुलिस प्रशासन ਦੇ ਵੱਲੋਂ एक तिरंगा बाइक रैली ਦਾ आयोजन किया गया ਸੀ, जिस विच स्थानक लोकां ਦੇ ਨਾਲ-ਨਾਲ पुलिस कर्मचारियों ने भी हिस्सा लिया ਸੀ। सो ਤੁਹਾਨੂੰ ਦੱਸ ਦਈਏ ਕਿ ਸਾਲ 2022 ਦੇ ਵਿੱਚ 22 जुलाई ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ का अमृत महोत्सव मुहिम तहत हर घर तिरंगा मुहिम शुरू की ਸੀ ਅਤੇ ਲੋਕਾਂ ਨੂੰ ਆਪਣੇ ਘਰ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਸੀ। ਉਦੋਂ PM ਮੋਦੀ ਨੇ ਕਿਹਾ ਸੀ ਕਿ ਇਹ ਮੁਹਿੰਮ ਤਿਰੰਗੇ ਦੇ ਨਾਲ ਸਾਡਾ ਸੰਬੰਧ ਮਜ਼ਬੂਤ ਕਰੇਗੀ। ਉਦੋਂ ਤੋਂ ਹਰ ਸਾਲ ਲੋਕ ਆਪਣੇ ਘਰਾਂ ਤੇ ਤਿਰੰਗਾ ਲਹਿਰਾਉਂਦੇ ਨੇ ਅਤੇ ਵੱਖ-ਵੱਖ ਥਾਵਾਂ ਤੇ ਤਿਰੰਗਾ ਯਾਤਰਾ ਕੱਢੀ ਜਾਂਦੀ ਹੈ।
2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ ਅਤੇ ਭਾਰਤ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸੰਭਾਵੀ ਮੇਜ਼ਬਾਨ ਕਮਿਸ਼ਨ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ। ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਲੋਕ ਸਭਾ ਦੇ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਇਹ ਜਾਣਕਾਰੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਥੇਰ ਦੇ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ ਹੈ। ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਦੱਸਿਆ ਹੈ ਕਿ 2036 ਦੇ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਦਾਅਵੇਦਾਰੀ ਨੂੰ ਲੈ ਕੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਭਵਿੱਖ ਦੇ ਮੇਜ਼ਬਾਨ ਕਮਿਸ਼ਨ ਦੇ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਥੇਰ ਦੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਮਾਂਡਵੀਆ ਨੇ ਕਿਹਾ ਹੈ ਕਿ ਪੂਰੀ ਬੋਲੀ ਪ੍ਰਕਿਰਿਆ ਭਾਰਤੀ ਓਲੰਪਿਕ संघ संभाल रहे हैं। स्पोर्ट्स गवर्नेंस बिल के लिए कई बार प्रयास करा गया, भूतकाल में भी प्रयास हुआ और अभी वर्तमान समय में मोदी जी ने अच्छी बात कही है कि हमें इंटरनेशनल स्टैंडर्ड का वर्ल्ड क्लास बेस्ट एक्सलेंस के साथ हमारी तैयारी होनी चाहिए। और जब आने वाले दिनों में भारत ओलंपिक्स के लिए बिड करने जा रहे हैं, वैसी स्थिति में भारत में स्पोर्ट्स इकोसिस्टम रोबस्ट हो, दुरुस्त हो, पारदर्शी हो, अकाउंटेबिलिटी वाली हो, उस दिशा के प्रयास का एक ये महत्वपूर्ण कदम है। और जब ओलंपिक्स की बात आती है, स्पोर्ट्स की बात आती है, तब इंटरनेशनल सेक्टर भी उसके साथ जुड़ जाता है, ओलंपिक काउंसिल भी उसके साथ जुड़ जाती है। ओलंपिक चार्टर के मुताबिक देश में भी हमारी रीति नीति कार्य प्रणाली बने, ये बहुत आवश्यक होता है। और इसलिए ओलंपिक चार्टर को अलाइन करना वो भी हमारे लिए ज़रूरी होता है। और उसके लिए भूतकाल में भी कई बार प्रयास करा, लेकिन सफल नहीं हुए। ਤੁਹਾਨੂੰ ਦੱਸ ਦਈਏ ਕਿ ਡੋਪਿੰਗ ਨਾਲ ਸੰਬੰਧਿਤ ਭਾਰਤ ਦੇ ਮਾੜੇ ਰਿਕਾਰਡ ਨੇ IOC ਨੂੰ ਚਿੰਤਿਤ ਕਰ ਦਿੱਤਾ ਹੈ। IOC ਨੇ ਇਸ ਮੁੱਦੇ ਤੇ IOA ਨੂੰ ਸਖਤ ਚੇਤਾਵਨੀ ਜਾਰੀ ਕੀਤੀ ਹੈ ਅਤੇ ਇਸ ਨੂੰ ਸੁਧਾਰਾਤਮਕ ਉਪਾਅ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ IOA ਨੇ ਭਾਰਤੀ ਖੇਡ ਪ੍ਰਣਾਲੀ ਵਿੱਚ ਡੋਪਿੰਗ ਨਾਲ ਨਜਿੱਠਣ ਦੇ ਲਈ ਇੱਕ ਵਿਸ਼ੇਸ਼ ਪੈਨਲ ਬਣਾਇਆ ਹੈ ਤਾਂ ਜੋ ਇਸ ਦਾ ਓਲੰਪਿਕ ਦੀ ਮੇਜ਼ਬਾਨੀ ਦੀ ਸੰਭਾਵਨਾ ਤੇ ਮਾੜਾ ਪ੍ਰਭਾਵ ਨਾ ਪਵੇ। ਸੋ ਭਾਰਤ 2036 ਦੀ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਗੰਭੀਰ ਯਤਨ ਕਰ ਰਿਹਾ ਹੈ, ਪਰ ਇਹ ਅਜੇ ਸਪਸ਼ਟ ਨਹੀਂ ਹੈ ਕਿ ਕਿਹੜਾ ਸ਼ਹਿਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨਗੇ। ਇਸ ਦੇ ਨਾਲ ਹੀ ਭਾਰਤ ਨੂੰ ਕਤਰ ਅਤੇ ਤੁਰਕੀ ਵਰਗੇ ਦੇਸ਼ਾਂ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨ ਦੀ ਸੰਭਾਵਨਾ ਹੈ। ਸੋ ਇਹ ਸਨ ਪੰਜਾਬ ਨਿਊਜ਼ ਦੀ ਅਹਿਮ ਖਬਰਾਂ। ਇਸ ਦੇ ਨਾਲ ਤੁਹਾਨੂੰ ਆ ਗਿਆ। ਧੰਨਵਾਦ।